ਬਸ ਅੱਜ ਆਪਾਂ ਕਰਾਂਗੇ ਬੋਵਿਟਸ ਵਾਲੀ ਰੀਡਿੰਗ ਠੀਕ ਹੈ ਜੋ ਕਿ ਰੀਡਿੰਗ ਵੋਲੀਅਮ 2 ਆਫ ਮਥਡ ਦੀ ਸਭ ਤੋਂ ਫਸਟ ਰੀਡਿੰਗ ਹੈ that is of reading 22 reading passage number 1. So let's start this one passage without the wasting of time. So first is, in which region is the biggest range of bovids to be found? ठीक है जी कि किस रेंज ਦੇ ਵਿੱਚ ਇਸ ਲੋਕੇਸ਼ਨ ਦੇ ਵਿੱਚ ਜੋ ਬਿਗੇਸਟ ਰੇਂਜ ਹੈ ਬੋਵਿਡਸ ਦੀ ਉਹ ਫਾਊਂਡ ਹੁੰਦੀ ਹੈ ਐਂਡ ਵਾਈਲ ਅਟੈਂਪਟਿੰਗ ਰੀਡਿੰਗ ਜੇ ਤੁਸੀਂ ਸਹੀ ਟਾਈਮ ਮੈਨੇਜਮੈਂਟ ਕਰਨੀ ਹੈ ਤਾਂ ਇੰਸਟੈਡ ਆਫ ਰੀਡਿੰਗ question firstly and solving it side by side, firstly read all the questions and then start reading the passage. It will help you a lot. And side by side translate it into your mother language. For example, in which region is the biggest range of bovids to be found? ਕਿਸ ਰੇਂਜ ਦੇ ਵਿੱਚ ਕਿਸ ਏਰੀਏ ਦੇ ਵਿੱਚ ਜੋ ਤੁਹਾਡੀ ਸਭ ਤੋਂ ਵੱਡੀ ਰੇਂਜ ਬੋਵਿਡਸ ਦੀ ਉਹ ਫਾਊਂਡ ਹੁੰਦੀ ਹੈ ਠੀਕ ਆ ਜੀ ਆਪਸ਼ਨਸ ਨੇ ਤੁਹਾਡੇ ਅਫਰੀਕਾ यूरेशिया, North America, Southeast Asia. Next, most bovids have a preference for living in. ये जो ज़्यादातर बोविड्स ने उन्होंने जो प्रैफरेंस है किस थां ते रहन दी आइसोलेशन मीनस ਹੁੰਦਾ ਸੋਲਿਟਰੀ ਲੋਨਲੀ ਸਮੋਲ ਗਰੁੱਪਸ ਦੇ ਵਿੱਚ ਟ੍ਰੋਪੀਕਲ ਫੋਰੈਸਟ ਦੇ ਵਿੱਚ ਓਪਨ ਵਾਈਡ ਓਪਨ ਸਪੇਸਿਸ ਜਿਵੇਂ ਤੁਹਾਡਾ ਫੋਰੈਸਟ ਡੈਜ਼ਰਟਸ in which of the following features do all bovids have in common? ਜਾਨੀ ਕਿ ਇਹਨਾਂ 'ਚੋਂ ਕਿਹੜਾ ਫੀਚਰ ਹੈ ਜੋ ਸਾਰੇ ਬੋਵਿਡਸ ਦੇ ਕੋਲ ਹੀ ਹੈ horns are short, upper incisors, store food in the body ਜਾਨੀ ਜੋ ਉਹਨਾਂ ਦਾ ਫੂਡ ਹੈ ਉਹ ਆਪਣੀ ਬੋਡੀ ਦੇ ਵਿੱਚ ਹੀ ਸਟੋਰ ਕਰਦੇ ਨੇ hooves are undivided hooves ਕੀ ਹੁੰਦੇ ਨੇ ਉਹਨਾਂ ਦਾ ਪੈਰਾਂ ਦਾ ਨਿਚਲਾ ਹਿੱਸਾ next is the matching type of questions match each statistic with the correct subfamily. Note, you may use any letter more than once यानी तुसी कोई भी letter एक बार तो ज़्यादा बार भी use कर सकते हो can endure very harsh environment यानी कि वो बहुत ज़्यादा harsh environment ਵਿੱਚ ਵੀ ਰਹਿ ਸਕਦੇ ਨੇ include the oxens जाओ ਸੈਟਲ ਨੂੰ ਇਨਕਲੂਡ ਕਰਦੇ ਨੇ ਮੇ ਸਪਲੀਮੈਂਟ ਇਟਸ ਡਾਈਟ ਵਿਦ ਮੀਟ ਜਾਨੀ ਉਹ ਆਪਣੀ ਮੀਟ ਦੇ ਨਾਲ ਆਪਣੀ ਡਾਈਟ ਨੂੰ ਲੈਂਦੇ ਨੇ ਕੈਨ ਯੂਜ਼ਲੀ ਮੂਵ ਐਟ ਸਪੀਡ ਠੀਕ ਹੈ ਮੂਵ ਉਹ ਯੂਜ਼ਲੀ ਸਪੀਡ 'ਤੇ ਮੂਵ ਕਰਦੇ ਨੇ ਡਸ ਨੋਟ ਡਿਫੈਂਡ ਅ ਪਰਟੀਕੂਲਰ ਏਰੀਆ ਆਫ ਲੈਂਡ ਅਤੇ ਉਹਨਾਂ ਦਾ ਕੋਈ ਵੀ ਪਰਟੀਕੂਲਰ ਏਰੀਆ ਆਫ ਲੈਂਡ ਨਹੀਂ ਹੁੰਦਾ ਵੀ ਵਿਲ ਨੋਟ ਰੀਡ ਦਿਸ ਲਿਸਟ ਆਫ ਸਬ ਫੈਮਲੀਜ਼ ਵੀ ਵਿਲ ਰੀਡ ਇਟ ਲੇਟਰ answer the following questions below choose no more than 3 words यानी ਤੁਹਾਨੂੰ ਲਿਮਿਟ ਦੇਤੀ ਕਿੰਨੇ ਵਰਡਸ ਦੀ 3 ਵਰਡਸ ਦੀ what is the smallest species of bovid ਠੀਕ ਹੈ ਇਹਦੇ ਵਿੱਚ ਕੀਵਰਡ ਹੋ ਜੇ ਆਪਣਾ smallest species which species of bovone has been died out ਕਿਹੜੀ species ਹੈ ਇਸ ਦੀ ਜੋ ਹੁਣ extinct ਹੋ ਚੁੱਕੀ ਹੈ ਠੀਕ ਹੈ died out means extinct what facilitates the movement of the Sitatunza over wetland ਠੀਕ ਆ ਜੀ ਜਿੱਥੇ ਵੀ ਆਪਾਂ ਨੂੰ ਵਰਡ ਸੀਟਾਟੂਨਜ਼ਾ ਮਿਲ ਜੇ ਤੇ ਵੈਟਲੈਂਡ ਮਿਲ ਜੇ ਵਟ ਸੋਰਟਸ ਆਫ ਟੈਰਨ ਡੂ ਬਾਰਬਰੀ ਸ਼ੀਪ ਲਿਵ ਇਨ ਜਾਨੀ ਕਿਵੇਂ ਦੀਆਂ ਲੋਕੇਸ਼ਨਸ 'ਤੇ ਉਹ ਪਾਈ ਜਾਂਦੀਆਂ ਨੇ ਵਟ ਇਜ਼ ਦਾ ਓਨਲੀ ਲਿਵਿੰਗ ਮੈਂਬਰ ਆਫ ਦਿਸ ਸਬ ਫੈਮਿਲੀ ਠੀਕ ਆ ਜੀ ਸੋ ਲੈਟਸ ਸਟਾਰਟ reading them one by one. So I will read by the first passage that is not passage this is paragraphs okay so a the family of mammals called bovids belong to the artiodactyl class which also includes giraffes bovids are highly diverse group consisting of 137 species some of which are man's most important domestic animals ਇਹਨਾਂ ਵਿੱਚੋਂ ਕਈ ਕੀ ਨੇ ਮੈਨ ਦੀਆਂ ਮੋਸਟ ਇੰਪੋਰਟੈਂਟ ਡੋਮੈਸਟਿਕ ਐਨੀਮਲਸ ਜਿਹੜੇ ਹੁੰਦੇ ਨੇ ਜਿਹੜੇ ਆਪਾਂ ਆਪਣੇ ਐਜ਼ ਆ ਪੈਟ ਰੱਖਦੇ ਆ ਜਿਹੜੇ ਆਪਾਂ ਆਪਣੇ ਹਾਊਸਿਸ ਦੇ ਵਿੱਚ ਰੱਖਦੇ ਆ ਸੋ bovids are well represented in most parts of Eurasia and Southeast Asian islands but they are by far the most numerous and diverse in the land ਠੀਕ ਹੈ ਜੋ ਜ਼ਿਆਦਾਤਰ ਬੋਵਿਡਸ ਨੇ ਉਹ ਰਿਪਰੈਜ਼ੈਂਟ ਹੁੰਦੇ ਨੇ ਯੂਰੇਸ਼ੀਆ ਦੇ ਵਿੱਚ ਅਤੇ ਸਾਊਥ ਈਸਟ ਏਸ਼ੀਅਨ ਆਈਲੈਂਡਸ ਦੇ ਵਿੱਚ
ਬਟ ਉਹ ਜੋ ਜ਼ਿਆਦਾ ਨੇ ਉਹ ਜਿਹੜੀ ਉਹਨਾਂ ਦੀ ਜ਼ਿਆਦਾ ਵੈਰਾਈਟੀ ਹੈ ਤੇ ਜ਼ਿਆਦਾ ਜਿਹੜਾ ਉਹਨਾਂ ਦਾ ਅਮਾਊਂਟ ਹੈ ਉਹ ਲੈਟਰ ਵਾਲੇ 'ਚ ਹੈ। ਹੁਣ ਲੈਟਰ ਵਾਲਾ ਜਿਹੜਾ ਯੂਰੇਸ਼ੀਆ ਜਾਂ ਫਿਰ ਸਾਊਥ ਈਸਟ ਏਸ਼ੀਅਨ ਹੈ ਤਾਂ ਉਸ ਦਾ ਸਾਊਥ ਈਸਟ ਏਸ਼ੀਅਨ ਲੈਟਰ ਯੂਰੇਸ਼ੀਆ ਫੋਰਮਰ। ਜਿਹੜਾ ਪਹਿਲਾ ਹੁੰਦਾ ਹੈ ਉਹ ਫੋਰਮਰ ਹੁੰਦਾ ਹੈ, ਜਿਹੜਾ ਬਾਅਦ ਵਿੱਚ ਹੁੰਦਾ ਹੈ ਉਹ ਲੈਟਰ ਹੁੰਦਾ ਹੈ। ਸੋ let's read now the first question once more time. In which region is the biggest range of bovids to be found? ਠੀਕ ਹੈ ਜੀ, ਅਫਰੀਕਾ ਵਰਡ ਨਹੀਂ ਆਇਆ ਆਪਣੇ ਕੋਲ, ਸੋ ਐਲੀਮੀਨੇਟ ਹੋ ਜਾ। ਯੂਰੇਸ਼ੀਆ ਆਇਆ ਸੀ, ਨਾਰਥ ਅਮਰੀਕਾ ਨਹੀਂ ਸੀ ਆਇਆ, ਸਾਊਥ ਈਸਟ ਏਸ਼ੀਆ ਆਇਆ ਸੀ। ਹੁਣ ਦੋ ਨੇ ਆਪਣੇ ਕੋਲ ਬੀ ਐਂਡ ਡੀ, ਬਟ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਉਹਨਾਂ ਨੇ ਕੀ ਕਿਹਾ ਸੀ, ਯੂਰੇਸ਼ੀਆ ਪਹਿਲਾਂ ਸੀ ਅਤੇ ਸਾਊਥ ਈਸਟ ਏਸ਼ੀਆ ਬਾਅਦ ਵਿੱਚ ਸੀ। ਅਤੇ ਉਹਨਾਂ ਨੇ ਐਵੇਂ ਕਿਹਾ ਸੀ ਕਿ ਦੂਸਰੇ ਵਾਲੇ ਦੇ ਵਿੱਚ ਲੈਟਰ ਵਾਲੇ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ। ਠੀਕ ਹੈ ਜੀ, ਸੋ ਲੈਟਸ ਰੀਡ ਨਾਓ ਨੈਕਸਟ ਵਨ। ਸੇਮ ਪੈਰਾਗ੍ਰਾਫ 'ਤੇ ਆ ਜਾਓ। ਸਮ ਸਪੀਸੀਜ਼ ਆਫ ਬੋਵਿਡਸ ਆਰ ਸੋਲਿਟਰੀ। ਠੀਕ ਹੈ ਜੀ, ਕਈ ਸਪੀਸੀਜ਼ ਨੇ ਜੋ ਬੋਵਿਡਸ ਦੀ ਉਹ ਕੀ ਨੇ, ਸੋਲਿਟਰੀ ਨੇ, ਸੋਲਿਟਰੀ। ਬਟ ਅਦਰਸ ਲਿਵ ਇਨ ਲਾਰਜ ਗਰੁੱਪ ਵਿਦ ਕੰਪਲੈਕਸ ਸੋਸ਼ਲ ਸਟਰਕਚਰਸ। ਠੀਕ ਹੈ ਜੀ, ਹੁਣ ਇਹਨਾਂ ਨੇ ਇਹਦੇ ਵਿੱਚ ਕੀ ਕਿਹਾ ਹੈ, ਹੁਣ ਇਹਨਾਂ ਨੇ ਇਹਦੇ ਵਿੱਚ ਇਹ ਕਿਹਾ ਕਿ ਜਿਹੜੀਆਂ ਕਈ ਸਪੀਸੀਜ਼ ਨੇ ਬੋਵਿਡਸ ਦੀਆਂ ਉਹ ਕੀ ਨੇ, ਸੋਲਿਟਰੀ ਨੇ। ਸੋਲਿਟਰੀ ਮੀਨਸ ਜਿਹੜੀਆਂ ਇਕੱਲੇ ਰਹਿੰਦੇ ਨੇ। ਠੀਕ ਹੈ ਜੀ, ਬਟ ਅਦਰਸ ਲਿਵ, ਸੋਲਿਟਰੀ ਮਤਲਬ ਲੋਨਲੀ, ਆਈਸੋਲੇਟਿਡ। but other lives in large groups with complex social families. Although bovids have adapted to a wide range of habitats from Arctic tundra to deep tropical forest, the majority of species favor open grassland, shrub or desert. Open grassland ਵਿੱਚ ਜ਼ਿਆਦਾ ਹੈਪੀ ਨੇ। ਸੋ ਆਪਣਾ ਆਨਸਰ, ਆਪਣਾ ਆਪਸ਼ਨਸ ਦੇ ਦਿੱਤਾ। ਮੋਸਟ ਬੋਵਿਡਸ ਹੈਵ ਅ ਪ੍ਰੈਫਰੈਂਸ ਫॉर ਲਿਵਿੰਗ ਇਨ ਆਈਸੋਲੇਸ਼ਨ ਹੋ ਸਕਦਾ ਹੈ, ਸਮੋਲ ਗਰੁੱਪਸ, ਬਟ ਉਹਨਾਂ ਨੇ ਤਾਂ ਲਾਰਜ ਗਰੁੱਪ ਕਿਹਾ ਸੀ, ਟ੍ਰੋਫੀਅਲ ਫੋਰੈਸਟ, ਵਾਈਡ। ਹੁਣ ਉਹਨਾਂ ਨੇ ਕੀ ਕਿਹਾ, ਧਿਆਨ ਨਾਲ ਪੜ੍ਹੋ ਜਿੱਥੋਂ ਮੈਂ ਅੰਡਰਲਾਈਨ ਕੀਤਾ ਹੋਇਆ। although bovids have adapted to a wide range of habitats from Arctic tundra to deep tropical forest, the majority of the species favor open grassland, shrub or desert। ਜਾਨੀ ਮੇਜੋਰਿਟੀ ਜਿੱਥੇ ਪਾਏ ਜਾਂਦੇ ਨੇ ਓਪਨ ਸਪੇਸਿਸ ਦੇ ਵਿੱਚ ਚਲੋ ਜੀ ਆਪਣਾ ਜਿਹਨੇ ਅੱਜ ਹੋਈ ਵੀ ਕੁਐਸਚਨ ਨਹੀਂ ਆਇਆ ਜੀ। ਸੋ ਨੈਕਸਟ ਇਜ਼ the diversity of habitats is also matched by great diversity in size and format. At one extreme is the royal antelope of West Africa, which stands mere 25 cm at the shoulder, and at the other the massive built bisons of North America and Europe, growing to a shoulder height to 2.2 meter. ਹੁਣ ਦੇਖੋ at one extreme ਜਾਣੀ ਕਿ ਜਾਂ ਤਾਂ ਛੋਟਾ ਹੋ ਜਾ ਜਾਂ ਫਿਰ ਵੱਡਾ ਹੋ ਜਾ। ਠੀਕ ਹੈ ਜੀ, ਇਸ ਸਾਈਡ 'ਤੇ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਕੀ ਹੈ, ਰੋਇਲ ਐਂਟੀਲੋਪ, ਦ ਰੋਇਲ ਐਂਟੀਲੋਪ ਵੈਸਟ ਅਫਰੀਕਾ ਦਾ, ਜਿਹਦੀ ਹਾਈਟ ਆਪਾਂ ਨੂੰ ਜੀ ਬਣੇ ਇੰਨੀ ਸ਼ੋਲਡਰ। ਅਤੇ ਦੂਜੀ ਸਾਈਡ 'ਤੇ ਆਪਾਂ ਨੂੰ ਬਾਈਸਨਸ ਦਿੱਤੇ ਹੋਏ ਨੇ ਨਾਰਥ ਅਮਰੀਕਾ ਅਤੇ ਯੂਰੋਪ ਦੇ, ਕਿੰਨਾ ਇੰਨਾ। ਹੁਣ ਮੀਟਰ ਸੈਂਟੀਮੀਟਰ ਜਾਣੀ ਛੋਟਾ ਹੋ ਜਾ। ਸੋ ਕਿਹੜੇ ਛੋਟੇ ਹੋਣ ਜੇ ਆਪਾਂ ਨੇ ਬਿਨਾਂ ਸੋਚੇ ਸਮਝੇ ਲਾ ਲੈਣਾ 9th ਦਾ ਆਨਸਰ ਰੋਇਲ ਐਂਟੀਲੋਪ। ਠੀਕ ਹੈ ਜੀ, ਨੈਕਸਟ despite differences in size and appearance, bovids are united by the possession of certain common features. All species are ruminants, which means that they retain undigested food in their stomachs and regurgitate it as necessary. Bovids are almost exclusively herbivores। ਠੀਕ ਹੈ ਜੀ, ਸਾਰੀਆਂ ਹੀ ਸਪੀਸੀਜ਼ ਕੀ ਨੇ, ਰਿਊਮੀਨੈਂਟਸ ਨੇ, ਜਾਣੀ ਜੋ ਕਿ ਆਪਣਾ ਅਨਡਾਈਜੈਸਟਡ ਫੂਡ ਨੂੰ ਆਪਣੀ ਬੋਡੀ ਦੇ ਵਿੱਚ ਰੱਖਦੇ ਨੇ ਅਤੇ ਉਸ ਨੂੰ ਬਾਅਦ ਵਿੱਚ ਕੀ ਕਰਦੇ ਨੇ, ਜਦੋਂ ਉਹਨਾਂ ਨੂੰ ਨੀਡ ਹੁੰਦੀ ਹੈ ਤਾਂ ਉਸ ਨੂੰ ਡਾਈਜੈਸਟ ਕਰਦੇ ਨੇ। ਸੋ ਕਿਹੜਾ ਫੀਚਰ ਸਾਰੇ ਹੀ ਬੋਵਿਡਸ ਦੇ ਕੋਲ ਕਾਮਨ ਨੇ, ਹੋਰਨਸ ਆਰ ਸ਼ੋਰਟ, ਜਿਹੜੇ ਉਹਨਾਂ ਦੇ ਹੋਰਨਸ ਹੁੰਦੇ ਨੇ ਉਹ ਛੋਟੇ ਛੋਟੇ ਹੁੰਦੇ ਨੇ। ਅਪਰ ਇਨਸੀਜ਼ਰਸ ਹੁੰਦੇ ਨੇ ਉਹਨਾਂ ਕੋਲ। ਦੇ ਸਟੋਰ ਫੂਡ ਇਨ ਦਾ ਬੋਡੀ, ਜਾਣੀ ਜੋ ਉਹਨਾਂ ਦਾ ਫੂਡ ਹੈ ਉਹ ਆਪਣੀ ਬੋਡੀ ਦੇ ਵਿੱਚ ਸਟੋਰ ਕਰਦੇ ਨੇ। ਸੋ ਦਿਸ ਇਜ਼ ਦਾ ਰਾਈਟ ਆਪਸ਼ਨ। ਸੋ ਰੀਡਸ ਨੈਕਸਟ
ਵੈਸੇ ਤਾਂ ਉਂਝ ਡੀ ਪੈਸੇਜ ਦੇ ਵਿੱਚ ਆਪਣੇ ਕੋਲ ਕੋਈ ਵੀ ਆਂਸਰ ਨਹੀਂ ਜਾ, ਫਿਰ ਵੀ ਆਪਾਂ ਚਲੋ ਪੜ੍ਹਦੇ ਆ। ਟਿਪੀਕਲੀ देयर teeth are highly modified typically their teeth are highly modified by browsing and grazing grass is cropped with the upper lip and lower incisors. The upper incisors are usually absent and then the round round down by the cheek teeth, as well as having lobed or split hooves. The males of all bovid species and the females of most Zare horns. Bovid's horns have bony claws covered in a sheet of horny material that is constantly renewed from within. They are unbranched and never shed. They vary in shape and size. The relatively simple horns of a large Indian buffalo may measure about 4 meters from tip to tip along the outer curve, while the various jazilas have horns with a variety of elegant curves. So इस पैसेज ਦੇ ਵਿੱਚ basically ਆਪਣਾ ਕੋਈ ਵੀ ਆਨਸਰ ਨਹੀਂ ਆਇਆ। So next is 5 groups or ਸਬ ਫੈਮਲੀਜ਼ may be ਉਹਨਾਂ ਨੂੰ distinguish ਕੀਤਾ ਗਿਆ in this. So the subfamily Bovini comprises most of the larger bovids, including the African bonzo and Nilzai and Zettel. ਜੋ ਬੋਵਿਨ ਹੀ ਹੈ, ਹੁਣ ਆਪਾਂ ਨੂੰ ਜ਼ੈਟਲ ਦਿੱਤੀ ਹੋਈ ਹੈ, ਠੀਕ ਹੈ ਜੀ। ਆਪਾਂ ਦੇਖਾਂ ਜੀ ਆਪਾਂ ਨੂੰ ਬਰਡ ਬੋਵਿਨ ਆਇਆ ਹੋਇਆ ਹੈ ਜੀ। ਸੋ ਬੋਵਿਨ ਹੈ, ਇਹ 'ਚ ਆਪਾਂ ਨੂੰ ਫੈਮਿਲੀ ਜੀਵਨ ਹੈ, ਸਬ ਫੈਮਿਲੀ ਜੀਵਨ ਹੈ। ਆਪਾਂ ਨੂੰ ਉਹਨਾਂ ਨੇ ਇਸ ਵਸ਼ਨ ਦੇ ਵਿੱਚ ਜ਼ੈਟਲ ਕੀ ਹੁੰਦੀਆਂ ਨੇ, ਜ਼ੈਟਲ ਜਿਵੇਂ ਆਪਣੇ ਆਕਸੈਂਟ ਜਾਓ ਜੀ, ਠੀਕ ਹੈ। ਕੀ ਹੁੰਦੇ ਨੇ, ਲਾਰਜਰ ਬੀਟਸ ਹੁੰਦੇ ਨੇ, ਜਿਵੇਂ ਅਫਰੀਕਨ ਬੌਨਜ਼ੋ, ਨੀਲਜ਼ਾਈ ਜਿਹਨੂੰ ਆਪਾਂ ਰੋਜ਼ ਵੀ ਆਉਂਦੇ ਆ, ਠੀਕ ਆ, ਰੋਜ਼, eland and zettel. Unlike most other bovids, they are non-territorial. So let's read this. Bovine RE अपना B, ठीक है जी। can endure very harsh environment, अपनी climate ਦੀ ਕੋਈ ਗੱਲ ਨਹੀਂ ਆਈ। ਜ਼ੈਟਲ ਦੀ ਗੱਲ ਆਈ ਸੀ, ਸੋ ਇਨਕਲੂਡ ਦਾ ਆਕਸੈਂਟ ਦਾ ਜਾਓ ਬੋਵਿਨੇ। may supplements its diet with meat ਨਹੀਂ ਆਇਆ। can usually move at speed ਨਹੀਂ ਆਇਆ। does not defend a particular area or land, ਜਾਣੀ ਇਹਨਾਂ ਦਾ ਕੋਈ ਪਰਟੀਕੂਲਰ ਏਰੀਆ ਜਾਂ ਫਿਰ ਲੈਂਡ ਨਹੀਂ ਹੁੰਦਾ। ਸੋ ਇਹ ਕਿਹੜੇ ਹੁੰਦੇ ਨੇ, ਬੋਵਿਨੇ। the ancestors of the various species of domestic cattle descendants are generally rare and endangered in the wild, ਜਾਣੀ ਇਹ ਹਜੇ ਵੀ ਪਾਏ ਜਾਂਦੇ ਨੇ, ਠੀਕ ਹੈ। ਐਟ ਪ੍ਰੈਜ਼ੈਂਟ ਇਹ ਹੈਗੇ ਨੇ, ਚਾਹੇ ਇਹ ਰੇਅਰ ਨੇ ਜਾਂ ਫਿਰ ਚਾਹੇ ਇੰਡੇਂਜਰ ਨੇ। ਵਾਈਲ ਦਾ ਓਰੋਚ, ਦਾ ਐਂਸੈਸਟਰ ਆਫ ਦਾ ਡੋਮੈਸਟਿਕ ਕੈਟਲ ਆਫ ਯੂਰੋਪ ਇਜ਼ ਐਕਸਟਿੰਕਟ ਜਾਣੀ ਡਾਈਡ ਆਊਟ। ਤਾਂ ਕਿਹੜਾ ਹੋਇਆ ਹੈ, ਸੋ 10th ਦੇ ਵਿੱਚ ਸਪੀਸੀਜ਼ ਆਫ ਬੋਵਿਨੀ have been died out, ਕਿਹੜੀ ਹੋਈ ਹੈ, ਦਾ ਓਰੋਚ। ਨੈਕਸਟ ਪੜ੍ਹਦੇ ਹਾਂ ਜੀ ਹੁਣ ਆਪਾਂ। The term antelope is not a very precise geological name. It is used to loosely describe a number of bovids that have followed different lines of development. Antelopes are typically long-legged, fast-running species, often with long horns that may be led along the path with the animal in full flight. ਠੀਕ ਹੈ ਜੀ। ਹੁਣ ਇਹਨਾਂ ਨੇ ਕੀ ਕਿਹਾ, ਲੰਬੀਆਂ ਇਹਨਾਂ ਦੀਆਂ ਲੱਤਾਂ ਹੁੰਦੀਆਂ ਨੇ ਅਤੇ ਛੇਤੀ ਭੱਜਦੇ ਨੇ, ਫਾਸਟ ਰਨਿੰਗ, ਯਾਨੀ ਯੂਜ਼ਲੀ ਮੂਵ ਐਟ ਸਪੀਡ। ਸੋ ਕਿਹੜੇ ਨੇ ਇਹ, ਐਂਟੀਲੋਪ ਨੇ। ਸੋ 7th ਆਨਸਰ ਸੀ ਐਂਟੀਲੋਪ। There are two main subgroups of antelope: hippotrench, which include the oryx and adats, and antilopinae, which generally contains lighter and more graceful animals such as gazelle and deer. Antelopes are mainly grassland species, but many have adopted to flood grassland. Putus, waterbirds, and lechwets are all in swimming, usually feeding in deep water, while the Sitatunza has long splayed hooves that enable it to walk in the freely on swampy ground. Swampy ground यानी wetland। हाँ जी। सो Sitatunza आ गया, swampy ground आ गया। सो तीन long splayed hooves, that is the answer of question number 11.
Then the subfamily this includes the sheep and the goat together with the various relatives such as the most are woolly or have long hair. Several species such as wild goats, chamois, the ibets are and mountain dweller tolerance of extreme conditions is most marked in this group. So it's अपने को क्यू मैचिंग ਸੀ may endure very harsh environment ਇਸ ਦੇ ਵਿੱਚ ਇਹਨਾਂ ਨੇ ਕੀ ਪਾਤਾ tolerance of extreme conditions यानी कि harsh environment हाँ जी so most are woolly or have long hair. Several species such as wild goats, chamois, and ibets are and mountains dwellers. Tolerance of extreme conditions is most marked in the group. Barbary and Hun sheep have adapted to arid deserts, while Rocky Mountain sheep survive high up in mountains and must obtain in Arctic tundra. So, what did they ask? They asked about Barbary sheep, and Barbary and Bighorn sheep have adapted to arid desert. ਤੇ ਇਹਨਾਂ ਨੇ ਪੁੱਛਿਆ ਜਿਹੜਾ ਸੀ live in ਜਾਣੀ ਕਿ adapted ਜਾਣੀ ਕਿ ਸਥਾਨ ਦੇ ਰਹਿੰਦੇ ਨੇ so answer is arid desert. Then the deuter of Africa belongs to this subfamily. It is generally small and solitary. Solitary means isolation of living in thick forest. Although mainly here mainly with some feeding on grass and leaves. Some these, unlike most other bovids, are believed to eat insects and feed on dead animals and even to kill small animals. It means कि with plants ठीक है plants ਦੇ ਨਾਲ ਨਾਲ ਇਹ ਛੋਟੇ ਐਨੀਮਲਸ ਨੂੰ ਇਨਸੈਕਟਸ ਤੇ ਵੀ ਫੀਡ ਕਰਦੇ ਨੇ ਜਾਨੀ ਮੀਟ ਤੇ ਫੀਡ ਕਰਦੇ ਨੇ ਸੋ ਮੇ ਸਪਲੀਮੈਂਟ ਇਟਸ ਡਾਈਟ ਵਿਦ ਮੀਟ which this one D1 so D will be the answer. The prohorn is the sole survivor of a new world subfamily of herbivorous ruminants, the Antilopetridae in North America. It is similar and in appearance and habits to the old world antelope, although greatly reduced in numbers since the arrival of Europeans and the subsequent enclosure of grassland. The pronghorn is still found in considerable numbers throughout North America from Washington state to Mexico. ਇਹਨਾਂ ਨੇ ਕਿਹਾ ਕਿਹੜਾ ਲਿਵਿੰਗ ਮੈਂਬਰ ਹੈ ਐਂਟੀਲੋਪ ਸਬ ਫੈਮਿਲੀ ਦਾ ਸੋ ਆਨਸਰ ਇਜ਼ pronghorn. When alarmed at the approach of wolves or other predator, hairs of the pronghorn rump stand erect, so showing and amazing the wild patch there. At this signal, the whole herd collapses off at speed of over 60 km per hour. So with this, our reading of bovids got completed. Thank you a lot.